ਗੁੱਡ ਮਾਰਨਿੰਗ ਸਟੂਡੈਂਟਸ। ਅੱਜ ਦੇ ਲੈਕਚਰ ਦੇ ਵਿੱਚ ਅਸੀਂ ਕਰਾਂਗੇ ਪ੍ਰੋਫਿਟੇਬਿਲਟੀ ਰੇਸ਼ੋਜ਼। ਪ੍ਰੋਫਿਟੇਬਿਲਟੀ ਰੇਸ਼ੋਜ਼ ਐਕਸਪ੍ਰੈਸ ਕਰਦੀਆਂ ਨੇ ਸੇਲ ਤੇ ਪ੍ਰੋਫਿਟਸ ਦੇ ਰਿਲੇਸ਼ਨਸ਼ਿਪ ਨੂੰ। ਪ੍ਰੋਫਿਟੇਬਿਲਟੀ ਰੇਸ਼ੋ ਸਾਨੂੰ ਦੱਸਦੀਆਂ ਨੇ ਕਿ ਤੁਹਾਡੀ ਸੇਲ ਦਾ ਕਿੰਨਾ % ਤੁਸੀਂ ਪ੍ਰੋਫਿਟ ਅਰਨ ਕਰ ਰਹੇ ਹੋ। ਪ੍ਰੋਫਿਟੇਬਿਲਟੀ ਰੇਸ਼ੋਜ਼ ਦੇ ਵਿੱਚ ਅਸੀਂ ਮੇਜਰ 3 ਰੇਸ਼ੋਜ਼ ਕੈਲਕੂਲੇਟ ਕਰਦੇ ਹਾਂ। ਸਭ ਤੋਂ ਪਹਿਲਾਂ ਆਉਂਦੀ ਹੈ ਤੁਹਾਡੀ ਗ੍ਰੋਸ ਪ੍ਰੋਫਿਟ ਰੇਸ਼ੋ। ਗ੍ਰੋਸ ਪ੍ਰੋਫਿਟ ਰੇਸ਼ੋ ਗ੍ਰੋਸ ਪ੍ਰੋਫਿਟ ਅਤੇ ਨੈਟ ਸੇਲ ਦੇ ਰਿਲੇਸ਼ਨਸ਼ਿਪ ਨੂੰ ਐਕਸਪ੍ਰੈਸ ਕਰਦੀ ਆ। ਸੋ ਗ੍ਰੋਸ ਪ੍ਰੋਫਿਟ ਰੇਸ਼ੋ ਦਾ ਫਾਰਮੂਲਾ ਕੀ ਹੁੰਦਾ ਆ? ਗ੍ਰੋਸ ਪ੍ਰੋਫਿਟ ਰੇਸ਼ੋ ਦਾ ਫਾਰਮੂਲਾ ਹੁੰਦਾ ਗ੍ਰੋਸ ਪ੍ਰੋਫਿਟ ਡਿਵਾਈਡ ਬਾਈ ਨੈਟ ਸੇਲ ਮਲਟੀਪਲਾਈ ਬਾਈ 100। ਗ੍ਰੋਸ ਪ੍ਰੋਫਿਟ ਕੈਲਕੂਲੇਟ ਕਰਨ ਦੇ ਬਹੁਤ ਸਾਰੇ ਮੈਥਡਸ ਨੇ। ਗ੍ਰੋਸ ਪ੍ਰੋਫਿਟ ਤੁਸੀਂ ਕੋਸਟ ਆਫ ਗੁੱਡਸ ਸੋਲਡ ਕੈਲਕੂਲੇਟ ਕਰਕੇ ਸੇਲ 'ਚੋਂ ਕੋਸਟ ਆਫ ਗੁੱਡਸ ਸੋਲਡ ਨੂੰ ਮਾਈਨਸ ਕਰਕੇ ਵੀ ਕੈਲਕੂਲੇਟ ਕਰ ਸਕਦੇ ਹੋ। ਸੋ ਸੈਕਿੰਡ ਤੁਹਾਡਾ ਜੋ ਰੇਸ਼ੋ ਤੁਸੀਂ ਕੈਲਕੂਲੇਟ ਕਰਨੀ ਆ ਪ੍ਰੋਫਿਟੇਬਿਲਟੀ ਰੇਸ਼ੋਜ਼ ਦੇ ਵਿੱਚ ਉਹ ਹੈ ਨੈਟ ਪ੍ਰੋਫਿਟ ਰੇਸ਼ੋ। ਨੈਟ ਪ੍ਰੋਫਿਟ ਰੇਸ਼ੋ ਐਕਸਪ੍ਰੈਸ ਕਰਦੀ ਆ ਨੈਟ ਪ੍ਰੋਫਿਟ ਅਤੇ ਨੈਟ ਸੇਲ ਦੇ ਰਿਲੇਸ਼ਨਸ਼ਿਪ ਨੂੰ। ਸੋ ਇਸ ਦਾ ਫਾਰਮੂਲਾ ਹੁੰਦਾ ਆ ਨੈਟ ਪ੍ਰੋਫਿਟ ਡਿਵਾਈਡ ਬਾਈ ਨੈਟ ਸੇਲ ਮਲਟੀਪਲਾਈ ਬਾਈ 100। ਸੋ ਨੈਟ ਪ੍ਰੋਫਿਟ ਜੋ ਤੁਸੀਂ ਸਾਰੀਆਂ ਇਨਕਮਸ ਅਦਰ ਇਨਕਮਸ ਲੈਣ ਤੋਂ ਬਾਅਦ ਜਾਂ ਅਦਰ ਐਕਸਪੈਂਸਿਸ ਮਾਈਨਸ ਕਰਨ ਤੋਂ ਬਾਅਦ ਗ੍ਰੋਸ ਪ੍ਰੋਫਿਟ 'ਚੋਂ ਕੈਲਕੂਲੇਟ ਕਰਦੇ ਹੋ, ਉਹ ਤੁਹਾਡਾ ਹੁੰਦਾ ਆ ਨੈਟ ਪ੍ਰੋਫਿਟ। ਤੀਸਰੀ ਰੇਸ਼ੋ ਜੋ ਤੁਸੀਂ ਇਹਦੇ ਵਿੱਚ ਕੈਲਕੂਲੇਟ ਕਰਨੀ ਆ ਉਹ ਹੈ ਤੁਹਾਡੀ ਓਪਰੇਟਿੰਗ ਰੇਸ਼ੋ। ਓਪਰੇਟਿੰਗ ਰੇਸ਼ੋ ਐਸਟੈਬਲਿਸ਼ ਕਰਦੀ ਆ ਓਪਰੇਟਿੰਗ ਕੋਸਟ ਅਤੇ ਨੈਟ ਸੇਲ ਦੇ ਰਿਲੇਸ਼ਨਸ਼ਿਪ ਨੂੰ। ਸੋ ਓਪਰੇਟਿੰਗ ਰੇਸ਼ੋ ਦਾ ਫਾਰਮੂਲਾ ਹੁੰਦਾ ਆ ਓਪਰੇਟਿੰਗ ਕੋਸਟ ਡਿਵਾਈਡ ਬਾਏ ਨੈਟ ਸੇਲ ਮਲਟੀਪਲਾਈ ਬਾਏ 100। ਓਪਰੇਟਿੰਗ ਕੋਸਟ ਕਿਸ ਤਰ੍ਹਾਂ ਕੈਲਕੂਲੇਟ ਕੀਤੀ ਜਾਂਦੀ ਆ? ਓਪਰੇਟਿੰਗ ਕੋਸਟ ਕੈਲਕੂਲੇਟ ਕਰਨ ਦੇ ਲਈ ਅਸੀਂ ਕੋਸਟ ਆਫ ਗੁੱਡਸ ਸੋਲਡ ਦੇ ਵਿੱਚ ਪਲੱਸ ਕਰਦੇ ਹਾਂ ਓਪਰੇਟਿੰਗ ਐਕਸਪੈਂਸਿਸ ਨੂੰ ਅਤੇ ਅਸੀਂ ਓਪਰੇਟਿੰਗ ਕੋਸਟ ਕੈਲਕੂਲੇਟ ਕਰ ਲੈਂਦੇ ਹਾਂ। ਔਰ ਫਿਰ ਓਪਰੇਟਿੰਗ ਕੋਸਟ ਡਿਵਾਈਡ ਬਾਈ ਨੈਟ ਸੇਲ ਮਲਟੀਪਲਾਈ ਬਾਈ 100 ਸਾਡਾ ਓਪਰੇਟਿੰਗ ਰੇਸ਼ੋ ਦਾ ਫਾਰਮੂਲਾ। ਅਸੀਂ ਹੁਣ ਪ੍ਰੋਬਲਮਸ ਦੀ ਹੈਲਪ ਦੇ ਨਾਲ ਕਿਸ ਤਰ੍ਹਾਂ ਇਹ ਪ੍ਰੋਫਿਟੇਬਿਲਟੀ ਰੇਸ਼ੋਜ਼ ਕੈਲਕੂਲੇਟ ਕਰਦੇ ਹਾਂ ਇਹ ਸਿੱਖਾਂਗੇ। ਸਭ ਤੋਂ ਪਹਿਲਾਂ ਅਸੀਂ ਸਟਾਰਟ ਕਰਾਂਗੇ ਗ੍ਰੋਸ ਪ੍ਰੋਫਿਟ ਰੇਸ਼ੋ ਨਾਲ। ਸੋ ਗ੍ਰੋਸ ਪ੍ਰੋਫਿਟ ਰੇਸ਼ੋ ਦਾ ਮੈਂ ਤੁਹਾਨੂੰ ਫਾਰਮੂਲਾ ਦੱਸਿਆ। ਗ੍ਰੋਸ ਪ੍ਰੋਫਿਟ ਰੇਸ਼ੋ ਦਾ ਫਾਰਮੂਲਾ ਕੀ ਹੈ? ਗ੍ਰੋਸ ਪ੍ਰੋਫਿਟ ਡਿਵਾਈਡ ਬਾਈ ਨੈਟ ਸੇਲ ਮਲਟੀਪਲਾਈ ਬਾਈ 100। Question number 62, from the following particulars calculate the gross profit ratio। ਇਹਦੇ ਵਿੱਚ ਤੁਹਾਨੂੰ ਗ੍ਰੋਸ ਪ੍ਰੋਫਿਟ ਐਂਡ ਨੈਟ ਸੇਲ ਗਿਵਨ ਆ। ਸੋ ਤੁਸੀਂ ਬਹੁਤ ਹੀ ਈਜ਼ੀ ਗ੍ਰੋਸ ਪ੍ਰੋਫਿਟ ਦਿੱਤਾ ਹੋਇਆ ਡਿਵਾਈਡ ਬਾਈ ਨੈਟ ਸੇਲ ਮਲਟੀਪਲਾਈ ਬਾਈ 100 ਕਰਕੇ ਗ੍ਰੋਸ ਪ੍ਰੋਫਿਟ ਰੇਸ਼ੋ ਕੱਢ ਲੈਣੀ ਆ। ਇਹਦੇ ਬੀ ਪਾਰਟ ਵਿੱਚ ਵੀ ਸੇਮ ਤੁਹਾਨੂੰ ਗ੍ਰੋਸ ਪ੍ਰੋਫਿਟ ਔਰ ਸੇਲ ਗਿਵਨ ਆ 2016 ਐਂਡ 17 ਦੀ। ਸੋ ਤੁਸੀਂ ਉਹੀ ਫਾਰਮੂਲਾ ਯੂਜ਼ ਕਰਕੇ ਕੈਲਕੂਲੇਟ ਕਰ ਲੈਣੀ ਅਲੱਗ-ਅਲੱਗ 16 ਐਂਡ 17 ਦੀ। ਔਰ ਸੀ ਪਾਰਟ ਦੇ ਵਿੱਚ ਤੁਹਾਨੂੰ ਸੇਲ ਦਿੱਤੀ ਹੋਈ ਆ, ਸੇਲ ਰਿਟਰਨ ਦਿੱਤੀ ਹੋਈ ਆ, ਓਪਨਿੰਗ ਇਨਵੈਂਟਰੀ, ਪਰਚੇਜ਼ ਰਿਟਰਨ ਐਂਡ ਕਲੋਜ਼ਿੰਗ ਇਨਵੈਂਟਰੀ ਦਿੱਤੀ ਹੋਈ ਆ। ਸੋ ਇਹਦੇ ਵਿੱਚ ਤੁਹਾਨੂੰ ਗ੍ਰੋਸ ਪ੍ਰੋਫਿਟ ਦਿੱਤਾ ਨਹੀਂ ਆ। ਸੋ ਸਭ ਤੋਂ ਪਹਿਲਾਂ ਸਾਨੂੰ ਸੀ ਪੋਰਸ਼ਨ ਦੇ ਵਿੱਚ ਗ੍ਰੋਸ ਪ੍ਰੋਫਿਟ ਕੈਲਕੂਲੇਟ ਕਰਨਾ ਪਏਗਾ, ਫਿਰ ਹੀ ਅਸੀਂ ਆਪਣਾ ਫਾਰਮੂਲਾ ਯੂਜ਼ ਕਰਕੇ ਗ੍ਰੋਸ ਪ੍ਰੋਫਿਟ ਰੇਸ਼ੋ ਕੈਲਕੂਲੇਟ ਕਰ ਸਕਦੇ ਹਾਂ। ਸੋ ਹੁਣ ਦੇਖਦੇ ਹਾਂ ਕਿ ਕਿਸ ਤਰ੍ਹਾਂ ਕੈਲਕੂਲੇਟ ਹੋਏਗਾ। ਕੁਐਸਚਨ ਨੰਬਰ 62, ਸਭ ਤੋਂ ਪਹਿਲਾਂ ਇਹਦਾ ਏ ਪਾਰਟ ਗ੍ਰੋਸ ਪ੍ਰੋਫਿਟ ਰੇਸ਼ੋ ਫਾਰਮੂਲਾ ਮੈਂ ਹੁਣੇ ਦੱਸਿਆ ਤੁਹਾਨੂੰ ਗ੍ਰੋਸ ਪ੍ਰੋਫਿਟ ਡਿਵਾਈਡ ਬਾਈ ਨੈਟ ਸੇਲ ਮਲਟੀਪਲਾਈ ਬਾਈ 100। ਹੁਣ ਬਹੁਤ ਹੀ ਈਜ਼ੀ ਇੱਥੇ ਦਾ ਤੁਹਾਨੂੰ ਗ੍ਰੋਸ ਪ੍ਰੋਫਿਟ ਦਿੱਤਾ ਹੋਇਆ 42,000 ਔਰ ਨੈਟ ਸੇਲ ਦਿੱਤੀ ਹੋਈ ਆ 3 ਲੱਖ ਦੀ। ਸੋ 42,000 ਡਿਵਾਈਡ ਬਾਈ 3 ਲੱਖ ਮਲਟੀਪਲਾਈ ਬਾਈ 100। ਸੋ 14% ਤੁਹਾਡਾ ਆਨਸਰ ਆ ਜਾਏਗਾ। ਇਸੇ ਤਰ੍ਹਾਂ ਜਿਹੜਾ ਤੁਹਾਡਾ ਬੀ ਪਾਰਟ ਆ ਉਹਦੇ ਵਿੱਚ 2016 ਐਂਡ 2017 ਦਾ ਤੁਸੀਂ ਅਲੱਗ-ਅਲੱਗ ਕੈਲਕੂਲੇਟ ਕਰਨਾ। 16 ਦਾ ਗ੍ਰੋਸ ਪ੍ਰੋਫਿਟ ਹੈ 1 ਲੱਖ ਔਰ ਨੈਟ ਸੇਲ ਆ 3 ਲੱਖ ਮਲਟੀਪਲਾਈ ਬਾਈ 100। ਸੋ ਇਹ ਤੁਹਾਡਾ ਆ ਜਾਏਗਾ 33.3%। ਔਰ 17 ਦੇ ਗ੍ਰੋਸ ਪ੍ਰੋਫਿਟ ਆ 1,20,000 ਨੈਟ ਸੇਲ ਆ 4 ਲੱਖ ਮਲਟੀਪਲਾਈ ਬਾਈ 100। ਸੋ ਇਹ ਤੁਹਾਡਾ ਆ ਜਾਏਗਾ
30%। ਹੁਣ सी ਪਾਰਟ ਦੇ ਵਿੱਚ ਤੁਹਾਨੂੰ ਗ੍ਰੋਸ ਪ੍ਰੋਫਿਟ ਡਾਇਰੈਕਟਲੀ ਨਹੀਂ ਦਿੱਤਾ, ਸੋ ਅਸੀਂ ਗ੍ਰੋਸ ਪ੍ਰੋਫਿਟ ਕੈਲਕੂਲੇਟ ਕਰਾਂਗੇ। ਸਭ ਤੋਂ ਪਹਿਲਾਂ ਗ੍ਰੋਸ ਪ੍ਰੋਫਿਟ ਕੈਲਕੂਲੇਟ ਕਰਨ ਦੇ ਲਈ ਅਸੀਂ ਜੋ ਫਾਰਮੂਲਾ ਯੂਜ਼ ਕਰਾਂਗੇ ਉਹ ਕਰਾਂਗੇ ਨੈਟ ਸੇਲ ਮਾਈਨਸ ਕੋਸਟ ਆਫ ਗੁੱਡ ਸੋਲਡ, COGS। ਸੋ ਸਭ ਤੋਂ ਪਹਿਲਾਂ ਤਾਂ ਅਸੀਂ ਕੈਲਕੂਲੇਟ ਕਰਾਂਗੇ ਨੈਟ ਸੇਲ। ਤੁਹਾਨੂੰ ਸੇਲ ਦਿੱਤੀ ਹੋਈ ਆ 1,60,000 ਦੀ, ਇਸ ਦੇ ਵਿੱਚੋਂ ਲੈਸ ਕਰਾਂਗੇ ਰਿਟਰਨਸ ਨੂੰ, ਰਿਟਰਨਸ ਦਿੱਤੀਆਂ ਹੋਈਆਂ 10,000। ਸੋ 1,60,000 ਚੋਂ 10,000 ਮਾਈਨਸ ਕਰਾਂਗੇ, 1,50,000 ਦੀ ਆ ਜਾਏਗੀ ਤੁਹਾਡੀ ਨੈਟ ਸੇਲ। ਹੁਣ ਅਸੀਂ ਕੈਲਕੂਲੇਟ ਕਰਾਂਗੇ ਕੋਸਟ ਆਫ ਗੁੱਡ ਸੋਲਡ ਨੂੰ। ਇਸ ਦਾ ਫਾਰਮੂਲਾ ਅਸੀਂ ਯੂਜ਼ ਕਰਾਂਗੇ ਓਪਨਿੰਗ ਸਟਾਕ plus net purchases minus closing stock। so opening stock question ਦੇ ਵਿੱਚ 30,000 given ਆ and ਅਸੀਂ net purchase ਲੈਣੀ ਆ। ਤੁਹਾਨੂੰ purchase ਦਿੱਤੀ ਹੋਈ ਆ 90,000 ਦੀ ਔਰ 10,000 ਦੀ ਰਿਟਰਨ ਆ। ਸੋ 90 ਚੋਂ 10,000 ਅਸੀਂ ਮਾਈਨਸ ਕਰ ਦਾਂਗੇ ਤੇ ਤੁਹਾਡੀ net purchase ਆ ਜਾਏਗੀ ਮਾਈਨਸ ਕਲੋਜ਼ਿੰਗ ਸਟਾਕ ਤੁਹਾਡਾ ਹੈਗਾ 10,000 ਦਾ। ਸੋ 1 ਲੱਖ ਦੀ ਤੁਹਾਡੀ ਆ ਜਾਏਗੀ ਕੋਸਟ ਆਫ ਗੁੱਡ ਸੋਲਡ। ਹੁਣ ਅਸੀਂ ਗ੍ਰੋਸ ਪ੍ਰੋਫਿਟ ਕੈਲਕੂਲੇਟ ਕਰ ਲਾਂਗੇ। ਸੇਲ ਸਾਡੀ 1,50,000 ਆ ਔਰ ਕੋਸਟ ਆਫ ਗੁੱਡ ਸੋਲਡ 1 ਲੱਖ ਹੈ। ਸੋ 1,50,000 ਚੋਂ 1 ਲੱਖ ਮਾਈਨਸ ਕਰਾਂਗੇ, ਗ੍ਰੋਸ ਪ੍ਰੋਫਿਟ ਆ ਜਾਏਗਾ 50,000 ਦਾ। ਹੁਣ ਅਸੀਂ ਕੈਲਕੂਲੇਟ ਕਰਨੀ ਆ ਗ੍ਰੋਸ ਪ੍ਰੋਫਿਟ ਰੇਸ਼ੋ। ਅਸੀਂ ਗ੍ਰੋਸ ਪ੍ਰੋਫਿਟ ਕੈਲਕੂਲੇਟ ਕਰ ਲਿਆ ਜੋ ਕਿ ਤੁਹਾਡਾ ਆਇਆ 50,000 ਦਾ ਔਰ ਨੈਟ ਸੇਲ ਤੁਹਾਡੀ ਹੈ 1 ਲੱਖ ਦੀ। ਸੋ 50,000 ਡਿਵਾਈਡ ਬਾਈ 1 ਲੱਖ ਮਲਟੀਪਲਾਈ ਬਾਈ 100, 33.33% ਤੁਹਾਡੀ ਆ ਜਾਏਗੀ ਗ੍ਰੋਸ ਪ੍ਰੋਫਿਟ ਰੇਸ਼ੋ। ਹੁਣ ਸਟੂਡੈਂਟ ਨੈਕਸਟ ਅਸੀਂ ਕੈਲਕੂਲੇਟ ਕਰਾਂਗੇ ਨੈਕਸਟ ਕੁਐਸਚਨ ਦੇ ਵਿੱਚ ਨੈਟ ਪ੍ਰੋਫਿਟ ਰੇਸ਼ੋ। ਨੈਟ ਪ੍ਰੋਫਿਟ ਰੇਸ਼ੋ ਨੂੰ ਕੈਲਕੂਲੇਟ ਕਰਨ ਦਾ ਫਾਰਮੂਲਾ ਕੀ ਆ? ਨੈਟ ਪ੍ਰੋਫਿਟ ਰੇਸ਼ੋ ਨੂੰ ਕੈਲਕੂਲੇਟ ਕਰਨ ਦੇ ਲਈ ਅਸੀਂ ਨੈਟ ਪ੍ਰੋਫਿਟ ਨੂੰ ਡਿਵਾਈਡ ਕਰਦੇ ਹਾਂ ਨੈਟ ਸੇਲ ਦੇ ਨਾਲ ਤੇ ਮਲਟੀਪਲਾਈ ਕਰਦੇ ਹਾਂ 100 ਦੇ ਨਾਲ। ਸੋ ਕੁਐਸਚਨ ਨੰਬਰ 63 ਦਾ A ਪਾਰਟ ਵਿੱਚ ਤੁਹਾਨੂੰ ਨੈਟ ਪ੍ਰੋਫਿਟ ਦਿੱਤਾ ਹੋਇਆ ਆ 50,000 ਔਰ ਨੈਟ ਸੇਲ ਦਿੱਤੀ ਹੋਈ ਆ 8 ਲੱਖ। ਸੋ ਤੁਸੀਂ 50,000 ਨੂੰ 8 ਲੱਖ ਨਾਲ ਡਿਵਾਈਡ ਕਰਕੇ 100 ਨਾਲ ਮਲਟੀਪਲਾਈ ਕਰ ਦੇਣਾ, 6.25% ਤੁਹਾਡਾ ਆਂਸਰ ਆ ਜਾਏਗਾ ਨੈਟ ਪ੍ਰੋਫਿਟ ਰੇਸ਼ੋ ਦਾ। ਹੁਣ ਇਸ ਦੇ B ਪਾਰਟ ਦੇ ਵਿੱਚ ਤੁਹਾਨੂੰ ਨੈਟ ਪ੍ਰੋਫਿਟ ਦਿੱਤਾ ਹੋਇਆ ਆ 30,000 ਔਰ ਸੇਲ ਦਿੱਤੀ ਹੋਈ ਆ 3,02,000 ਔਰ ਸੇਲ ਰਿਟਰਨਸ ਦਿੱਤੀਆਂ ਹੋਈਆਂ 2,000। ਕਿਉਂਕਿ ਸਾਨੂੰ ਨੈਟ ਸੇਲ ਚਾਹੀਦੀ ਆ, ਸੋ ਅਸੀਂ 3,02,000 ਚੋਂ 2,000 ਮਾਈਨਸ ਕਰਾਂਗੇ ਮਲਟੀਪਲਾਈ ਬਾਈ 100। ਜਦੋਂ ਤੁਸੀਂ 3,02,000 ਚੋਂ 2,000 ਨੂੰ ਮਾਈਨਸ ਕਰੋਗੇ ਤਾਂ ਤੁਹਾਡੀ ਸੇਲ ਨੈਟ ਸੇਲ ਆ ਜਾਏਗੀ 3 ਲੱਖ ਦੀ। 30,000 ਡਿਵਾਈਡ ਬਾਈ 3 ਲੱਖ ਮਲਟੀਪਲਾਈ ਬਾਈ 100, 10% ਆਂਸਰ ਆ ਜਾਏਗਾ ਤੁਹਾਡੀ ਨੈਟ ਪ੍ਰੋਫਿਟ ਰੇਸ਼ੋ ਦਾ। ਨੈਕਸਟ ਕੁਐਸਚਨ 64th ਕੁਐਸਚਨ ਦੇ ਵਿੱਚ ਅਸੀਂ ਕੈਲਕੂਲੇਟ ਕਰਨੀ ਆ ਓਪਰੇਟਿੰਗ ਰੇਸ਼ੋ। ਓਪਰੇਟਿੰਗ ਰੇਸ਼ੋ ਦਾ ਮੈਂ ਫਾਰਮੂਲਾ ਤੁਹਾਨੂੰ ਕੀ ਦੱਸਿਆ ਕਿ ਓਪਰੇਟਿੰਗ ਕਾਸਟ डिवाइड बाय नेट सेल मल्टीप्लाई बाय 100। और ऑपरेटिंग कॉस्ट किस तरह कैलकुलेट करनी आ? ऑपरेटिंग कॉस्ट नूं कैलकुलेट करन लई असी कॉस्ट ऑफ गुड सोल्ड दे विच ऑपरेटिंग एक्सपेंसिस नूं प्लस करांगे। सो तुहाडी आ जाएगी ऑपरेटिंग कॉस्ट। क्वेश्चन नंबर 64 दा ए पार्ट तुहानूं सब तो पहला ऑपरेटिंग कॉस्ट कैलकुलेट करनी पेगी। कॉस्ट ऑफ गुड सोल्ड ਦਿੱਤੀ ਹੋਈ ਆ 5,20,000 ਦੀ ਔਰ ਆਪਰੇਟਿੰਗ ਐਕਸਪੈਂਸਿਸ ਦਿੱਤੇ ਹੋਏ ਆ 1,80,000 ਦੇ। ਸੋ 5,20,000 ਚ 1,80,000 ਪਲੱਸ ਕਰਾਂਗੇ ਤੁਹਾਡੀ ਆਪਰੇਟਿੰਗ ਕਾਸਟ ਆ ਜਾਏਗੀ 7 ਲੱਖ ਦੀ ਔਰ ਨੈਟ ਸੇਲ ਦਿੱਤੀ ਹੋਈ ਆ 8 ਲੱਖ ਦੀ। ਸੋ ਹੁਣ ਅਸੀਂ ਆਪਰੇਟਿੰਗ ਰੇਸ਼ੋ ਦਾ ਫਾਰਮੂਲਾ यूज़ करांगे। ऑपरेटिंग कॉस्ट 7 लाख, नेट सेल 8 लाख मल्टीप्लाई बाय 100।
87.5% ਤੁਹਾਡਾ ਆਨਸਰ ਆ ਜਾਏਗਾ। ਇਸੇ ਕੁਐਸਚਨ ਦੇ ਬੀ ਪਾਰਟ ਦੇ ਵਿੱਚ ਤੁਹਾਨੂੰ ਸੇਮ ਉਸੇ ਤਰ੍ਹਾਂ ਕੋਸਟ ਆਫ ਗੁੱਡ ਸੋਲਡ ਦਿੱਤੀ ਹੋਈ ਹੈ ਅਤੇ ਓਪਰੇਟਿੰਗ ਐਕਸਪੈਂਸਿਸ ਦਿੱਤੇ ਹੋਏ ਆ। ਸਭ ਤੋਂ ਪਹਿਲਾਂ ਓਪਰੇਟਿੰਗ ਕੋਸਟ ਕੈਲਕੂਲੇਟ ਕਰ ਲਓ। ਕੋਸਟ ਆਫ ਗੁੱਡ ਸੋਲਡ ਹੈ 8 ਲੱਖ ਔਰ ਓਪਰੇਟਿੰਗ ਐਕਸਪੈਂਸਿਸ ਨੇ 40,000 ਦੇ। ਸੋ 8,40,000 ਦੀ ਤੁਹਾਡੀ ਆ ਜਾਏਗੀ ਓਪਰੇਟਿੰਗ ਕੋਸਟ। ਫਿਰ ਉਸ ਤੋਂ ਬਾਅਦ ਅਸੀਂ ਕੈਲਕੂਲੇਟ ਕਰਾਂਗੇ ਨੈਟ ਸੇਲ, ਕਿਉਂਕਿ ਇਹਦੇ ਵਿੱਚ ਤੁਹਾਨੂੰ ਸੇਲ ਦਿੱਤੀ ਹੋਈ ਆ 10,50,000 ਦੀ ਔਰ ਰਿਟਰਨਸ ਦਿੱਤੀਆਂ ਹੋਈਆਂ 50,000 ਦੀਆਂ। ਸੋ 10,50,000 ਚੋਂ 50,000 ਮਾਈਨਸ ਕਰਾਂਗੇ, 10 ਲੱਖ ਦੀ ਆ ਜਾਏਗੀ ਤੁਹਾਡੀ ਨੈਟ ਸੇਲ। ਹੁਣ ਅਸੀਂ ਫਾਰਮੂਲਾ ਲਗਾਵਾਂਗੇ ਓਪਰੇਟਿੰਗ ਕਾਸਟ 8,40,000 ਡਿਵਾਈਡ ਬਾਈ 10 ਲੱਖ ਨੈਟ ਸੇਲ ਮਲਟੀਪਲਾਈ ਬਾਈ 100। ਸੋ 84% ਤੁਹਾਡੀ ਆ ਗਈ ਓਪਰੇਟਿੰਗ ਕਾਸਟ। ਨੈਕਸਟ ਸੀ ਪਾਰਟ ਦੇ ਵਿੱਚ ਸਭ ਤੋਂ ਪਹਿਲਾਂ ਸੇਲ ਦਿੱਤੀ ਹੋਈ ਆ। ਨੈਟ ਸੇਲ ਗਿਵਨ ਆ, ਨੈਟ ਸੇਲ ਹੈ 1 ਲੱਖ ਔਰ ਗ੍ਰੋਸ ਪ੍ਰੋਫਿਟ ਗਿਵਨ ਆ। ਸੋ ਅਸੀਂ ਨੈਟ ਸੇਲ ਚੋਂ ਗ੍ਰੋਸ ਪ੍ਰੋਫਿਟ 40,000 ਗਿਵਨ ਆ, ਗ੍ਰੋਸ ਪ੍ਰੋਫਿਟ ਨੂੰ ਮਾਈਨਸ ਕਰਾਂਗੇ ਤੇ 60,000 ਤੁਹਾਡੀ ਆ ਜਾਏਗੀ ਕੋਸਟ ਆਫ ਗੁੱਡਸ ਸੋਲਡ। ਕਿਉਂਕਿ ਇਸ ਕੁਐਸਚਨ 'ਚ ਡਾਇਰੈਕਟਲੀ ਕੋਸਟ ਆਫ ਗੁੱਡ ਸੋਲਡ ਸਾਨੂੰ ਨਹੀਂ ਸੀ ਦਿੱਤੀ, ਸੋ ਸਾਨੂੰ ਕੈਲਕੂਲੇਟ ਕਰਨੀ ਪਈ ਆ। ਤਾਂ ਅਸੀਂ ਕੀ ਕੀਤਾ ਕਿ ਨੈਟ ਸੇਲ 'ਚੋਂ ਗ੍ਰੋਸ ਪ੍ਰੋਫਿਟ ਨੂੰ ਮਾਈਨਸ ਕਰ ਦਿੱਤਾ ਅਤੇ ਸਾਡੀ ਆ ਗਈ ਕੋਸਟ ਆਫ ਗੁੱਡ ਸੋਲਡ। ਹੁਣ ਅਸੀਂ ਕੈਲਕੂਲੇਟ ਕਰਨੀ ਆ ਓਪਰੇਟਿੰਗ ਕਾਸਟ। ਇਸ ਕੁਐਸਚਨ 'ਚ ਤੁਹਾਨੂੰ ਐਡਮਿਨਿਸਟ੍ਰੇਟਿਵ ਐਕਸਪੈਂਸਿਸ ਐਂਡ ਸੈਲਿੰਗ ਐਕਸਪੈਂਸਿਸ ਗਿਵਨ ਆ। ਸੋ ਅਸੀਂ ਫਾਰਮੂਲਾ ਕੀ ਲਗਾਵਾਂਗੇ, ਕੋਸਟ ਆਫ ਗੁੱਡ ਸੋਲਡ ਪਲੱਸ ਐਡਮਿਨਿਸਟ੍ਰੇਟਿਵ, ਕਿਉਂਕਿ ਇਹ ਸਾਰੇ ਤੁਹਾਡੇ ਓਪਰੇਟਿੰਗ ਐਕਸਪੈਂਸ ਹੈ, ਐਡਮਿਨਿਸਟ੍ਰੇਟਿਵ ਐਕਸਪੈਂਸ ਐਂਡ ਸੈਲਿੰਗ ਐਕਸਪੈਂਸ plus selling expenses। cost of goods sold 60,000 ਸੀ, administrative expenses 10,000 ਨੇ and selling expenses ਵੀ 10,000 ਆ। ਸੋ operating cost ਹੈਗੀ ਆ 80,000 ਦੀ। ਹੁਣ ਅਸੀਂ ਆਪਣਾ operating ratio ਦਾ ਫਾਰਮੂਲਾ ਯੂਜ਼ ਕਰਾਂਗੇ। operating cost 80,000 डिवाइड बाय नेट सेल 1 लाख मल्टीप्लाई बाय 100। सो 80% आ गई तुहाडी ऑपरेटिंग रेशो। सो स्टूडेंट्स इस तरीके नाल तुसीं अगर तुहानूं ये इन्फॉर्मेशन दित्ती हुई आ तां अपनी ऑपरेटिंग रेशो कैलकुलेट कर सकते हो। अज मैं तुहानूं करवाया कि किस तरह अगर कुछ डायरैक्ट इन्फॉर्मेशनस गिवन आ तां तुसीं अपनियां ये प्रॉफिट रेशोज़ कैलकुलेट कर सकते हो। कल मैं तुहानूं दसूँगी कि तुसीं अपने इनकम स्टेटमेंट नूं यूज़ करके किस तरह अपनियां ये प्रॉफिटेबिलिटीज़ रेशोज़ कैलकुलेट कर सकोगे। थैंक यू।